Hello, dear students. I hope you fit and fine. I will explain so ਪੰਜਾਬੀ ਪਾਠ ਪੁਸਤਕ ਸੁਨਹਿਰੀ ਬੋਲੀ 8th grade lesson number 1 ਕਵਿਤਾ ਸੁਨੇਹਾ ਜੋ ਕਿ ਗੁਰਵਿੰਦਰ ਸਿੰਘ ਸੈਣੀ ਦੀ ਲਿਖੀ ਹੋਈ ਹੈ। ਅੱਜ ਅਸੀਂ ਸੁਨੇਹਾ ਕਵਿਤਾ ਬਾਰੇ ਪੜਾਂਗੇ ਅਤੇ ਸਮਝਾਂਗੇ। ਸੁਨੇਹਾ ਪੌਣਾ ਵਗਦੀਆਂ ਦੇਣ ਸੁਨੇਹਾ ਨਿਰੰਤਰ ਤੁਰਦੇ ਜਾਈਏ। ਕਵੀ ਗੁਰਵਿੰਦਰ ਸਿੰਘ ਸੈਣੀ ਕਹਿੰਦਾ ਹੈ ਕਿ ਜਿਸ ਤਰ੍ਹਾਂ ਵਗਦੀਆਂ ਪੌਣਾ ਸਾਨੂੰ ਸੁਨੇਹਾ ਦਿੰਦੀਆਂ ਹਨ ਕਿ ਪੌਣਾ ਵਾਂਗੂ ਸਾਨੂੰ ਭਾਵ ਹਵਾਵਾਂ ਵਾਂਗੂ ਸਾਨੂੰ ਨਿਰੰਤਰ ਤੁਰਦੇ ਰਹਿਣਾ ਚਾਹੀਦਾ ਹੈ, ਭਾਵ ਅੱਗੇ ਹੀ ਅੱਗੇ ਲਗਾਤਾਰ ਵਧਦੇ ਰਹਿਣਾ ਚਾਹੀਦਾ ਹੈ, ਕਦੇ ਵੀ ਰੁਕਣਾ ਨਹੀਂ ਚਾਹੀਦਾ। ਮੰਜ਼ਿਲ ਸਾਹਮਣੇ ਆਉਂਦੀ ਜਾਪੇ ਜਿਉਂ-ਜਿਉਂ ਕਦਮ ਵਧਾਈਏ। ਕਹਿੰਦੇ ਸਾਨੂੰ ਸਾਡੀ ਜੋ ਮੰਜ਼ਿਲ ਹੈ, ਜੋ ਅਸੀਂ ਪ੍ਰਾਪਤ ਕਰਨਾ ਹੈ, ਉਹ ਸਾਨੂੰ ਸਾਹਮਣੇ ਆਉਂਦੀ ਜਾਪੇਗੀ ਜਿਉਂ-ਜਿਉਂ ਅਸੀਂ ਆਪਣੇ ਕਦਮ ਅੱਗੇ ਤੋਂ ਅੱਗੇ ਵਧਾਵਾਂਗੇ। ਲੱਖ ਮੁਸੀਬਤਾਂ ਆਵਣ ਭਾਵੇਂ ਲੱਖਾਂ ਰੋਕਾਂ ਤੇ ਅਟਕਾਂ, ਹਿੰਮਤ ਰੱਖੀਏ ਉਦਮ ਕਰੀਏ ਥੱਕ ਕੇ ਨਾ ਬਹਿ ਜਾਈਏ। ਕਵੀ ਕਹਿੰਦਾ ਹੈ ਕਿ ਜੋ ਅਸੀਂ ਪ੍ਰਾਪਤ ਕਰਨਾ ਹੈ, ਮੰਜ਼ਿਲ ਦੀ ਪ੍ਰਾਪਤੀ ਦੇ ਰਾਹ ਵਿੱਚ ਭਾਵੇਂ ਲੱਖਾਂ ਹੀ ਮੁਸੀਬਤਾਂ ਆਉਣ, ਭਾਵ ਔਕੜਾਂ ਜਾਂ ਮੁਸ਼ਕਲਾਂ ਆਵਣ, ਲੱਖਾਂ ਹੀ ਰੋਕਾਂ ਤੇ ਅਟਕਾਂ, ਰੋਕਾਂ ਤੋਂ ਭਾਵ ਹੈ ਲੱਖਾਂ ਹੀ ਰੁਕਾਵਟਾਂ ਆਵਣ, ਹਿੰਮਤ ਰੱਖੀਏ ਉਦਮ ਕਰੀਏ ਥੱਕ ਕੇ ਨਾ ਬਹਿ ਜਾਈਏ। ਹਿੰਮਤ ਰੱਖੀਏ ਭਾਵ ਸਾਨੂੰ ਹੌਸਲਾ ਰੱਖਣਾ ਚਾਹੀਦਾ ਹੈ, ਉਦਮ ਕਰੀਏ ਭਾਵ ਸਾਨੂੰ ਲਗਾਤਾਰ ਯਤਨ ਕਰਦੇ ਰਹਿਣਾ ਚਾਹੀਦਾ ਹੈ, ਭਾਵ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਕਦੇ ਵੀ ਥੱਕ ਕੇ ਜਾਂ ਹਾਰ ਕੇ ਨਹੀਂ ਬੈਠਣਾ ਚਾਹੀਦਾ। ਉਦਮ ਕੀਤਿਆਂ ਹੀ ਮਿਲਦਾ ਹੈ ਔਕੜਾਂ ਤੋਂ ਛੁਟਕਾਰਾ, ਇਸ ਦਾ ਪੱਲਾ ਕਦੇ ਨਾ ਛੱਡੀਏ ਨਾ ਹੀ ਕਦੇ ਘਬਰਾਈਏ। ਕਵੀ ਕਹਿੰਦਾ ਹੈ ਕਿ ਸਾਨੂੰ ਉਦਮ ਭਾਵ ਯਤਨ ਕਰਦੇ ਰਹਿਣਾ ਚਾਹੀਦਾ ਹੈ। ਕਹਿੰਦੇ ਯਤਨ ਕਰਨ ਤੋਂ ਬਿਨਾਂ ਸਾਨੂੰ ਔਕੜਾਂ ਤੋਂ ਛੁਟਕਾਰਾ ਭਾਵ ਔਕੜਾਂ ਤੋਂ ਨਹੀਂ ਬਚਿਆ ਜਾ ਸਕਦਾ। ਇਸ ਦਾ ਪੱਲਾ ਕਦੇ ਨਾ ਛੱਡੀਏ ਨਾ ਹੀ ਕਦੇ ਘਬਰਾਈਏ। ਕਹਿੰਦਾ ਸਾਨੂੰ ਇਸ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ, ਇਸ ਦਾ ਲੜ ਭਾਵ ਕਦੇ ਨਹੀਂ ਛੱਡਣਾ ਚਾਹੀਦਾ, ਨਾ ਹੀ ਸਾਨੂੰ ਕਦੇ ਮੁਸ਼ਕਲਾਂ ਤੋਂ ਘਬਰਾਉਣਾ ਚਾਹੀਦਾ ਹੈ। ਦੁੱਖ ਵਿੱਚ ਵੀ ਜੋ ਨਾਲ ਖੜੇ ਸਾਡਾ ਸੱਚਾ ਦਰਦੀ ਬਣ ਕੇ, ਔਖੇ ਵੇਲੇ ਸਾਥ ਨਿਭਾਵੇ ਐਸਾ ਯਾਰ ਬਣਾਈਏ। ਕਹਿੰਦੇ ਜੋ ਦੁੱਖ ਦੇ ਵਿੱਚ ਸਾਡੇ ਨਾਲ ਖੜੇ ਭਾਵ ਸਾਡਾ ਸਹਾਰਾ ਬਣੇ, ਸਾਡਾ ਸਾਥ ਦੇਵੇ, ਇੱਕ ਸੱਚਾ ਦਰਦੀ ਬਣ ਕੇ। ਕਹਿੰਦੇ ਸਾਡਾ ਇੱਕ ਸਾਡਾ ਸੱਚਾ ਸਾਥੀ ਬਣ ਕੇ ਜੋ ਸਾਡਾ ਸਾਥ ਨਿਭਾਵੇ। ਔਖੇ ਵੇਲੇ ਅਜਿਹੇ ਦੋਸਤ ਦਾ ਕਦੇ ਵੀ ਸਾਨੂੰ ਸਾਥ ਨਹੀਂ ਛੱਡਣਾ ਚਾਹੀਦਾ। ਆਪਣੇ ਹੱਥੀਂ ਆਪ ਸਿਰਜੀਏ ਸਾਂਝਾਂ ਪ੍ਰੀਤਾਂ ਖੁਸ਼ੀਆਂ, ਜਿਸ ਦਾ ਹੱਥ ਫੜੀਏ ਉਹਦੇ ਨਾਲ ਉਮਰਾਂ ਤੱਕ ਨਿਭਾਈਏ। ਕਵੀ ਕਹਿੰਦਾ ਹੈ ਕਿ ਜੋ ਕੁਝ ਵੀ ਅਸੀਂ ਪ੍ਰਾਪਤ ਕਰਨਾ ਹੈ, ਭਾਵ ਜਿਵੇਂ ਪਿਆਰ, ਮੁਹੱਬਤ, ਸਾਂਝਾਂ ਪ੍ਰੀਤਾਂ, ਖੁਸ਼ੀਆਂ, ਇਹ ਕਹਿੰਦੇ ਸਾਨੂੰ ਆਪ ਹੀ ਸਿਰਜਣੀਆਂ ਚਾਹੀਦੀਆਂ ਨੇ, ਭਾਵ ਸਾਨੂੰ ਆਪ ਹੀ ਪ੍ਰਾਪਤ ਕਰਨੀਆਂ ਪੈਣੀਆਂ ਹਨ। ਜਿਸ ਦਾ ਕਹਿੰਦੇ ਇੱਕ ਵਾਰ ਹੱਥ ਫੜੀਏ ਉਹਦਾ ਹਮੇਸ਼ਾ ਸਾਥ ਨਿਭਾਉਣਾ ਚਾਹੀਦਾ ਹੈ, ਉਹਨੂੰ ਕਦੇ ਵੀ ਕਿਸੇ ਵੀ ਮੁਸ਼ਕਿਲ ਘੜੀ ਦੇ ਵਿੱਚ ਅੱਧ ਵਿਚਕਾਰ ਨਹੀਂ ਛੱਡਣਾ ਚਾਹੀਦਾ। ਮਿੱਠੇ ਬੋਲ ਬੋਲ ਕੇ ਸਭ ਨੂੰ ਦਈਏ ਇਹੀ ਸੁਨੇਹਾ, ਜੋ ਕੁਝ ਪਾਈਏ ਜ਼ਿੰਦਗੀ ਵਿੱਚ ਮਿੱਠਤ ਨਾਲ ਹੀ ਪਾਈਏ। ਕਵੀ ਕਹਿੰਦਾ ਹੈ ਜੋ ਕੁਝ ਵੀ ਅਸੀਂ ਵੰਡਣਾ ਹੈ ਜਾਂ ਪ੍ਰਾਪਤ ਕਰਨਾ ਹੈ, ਕਹਿੰਦਾ ਮਿੱਠੇ ਬੋਲ ਬੋਲ ਕੇ ਹੀ ਸਭ ਨੂੰ ਸਾਨੂੰ ਪਿਆਰ ਨਾਲ ਇਹੀ ਸੁਨੇਹਾ ਦੇਣਾ ਚਾਹੀਦਾ ਹੈ ਕਿ ਜੋ ਕੁਝ ਵੀ ਜ਼ਿੰਦਗੀ ਦੇ ਵਿੱਚ ਸਾਨੂੰ ਮਿਲਦਾ ਹੈ, ਅਸੀਂ ਪ੍ਰਾਪਤ ਕਰਦੇ ਹਾਂ, ਉਹ ਸਿਰਫ ਅਸੀਂ ਮਿੱਠੇ ਬੋਲ ਬੋਲ ਕੇ ਹੀ ਪ੍ਰਾਪਤ ਕਰ ਸਕਦੇ ਹਾਂ। ਦਸਾਂ ਨੌਹਾਂ ਦੀ ਕਿਰਤ ਕਮਾਈ ਹੁੰਦੀ ਉੱਚੀ ਸੁੱਚੀ, ਰੁੱਖੀ ਸੁੱਖੀ ਖਾ ਕੇ ਤੇ ਫਿਰ ਰੱਬ ਦਾ ਸ਼ੁਕਰ ਮਨਾਈਏ। ਬੱਚਿਓ, ਕਵੀ ਕਹਿੰਦਾ ਹੈ ਕਿ ਦਸਾਂ ਨੌਹਾਂ ਦੀ ਕਿਰਤ ਕਮਾਈ, ਦਸਾਂ ਨੌਹਾਂ ਦੀ ਕਿਰਤ ਕਮਾਈ ਤੋਂ ਭਾਵ ਹੈ ਜੋ ਕਿ ਅਸੀਂ ਮਿਹਨਤ ਇਮਾਨਦਾਰੀ ਦੇ ਨਾਲ ਕੰਮ ਕਰਕੇ ਜੋ ਕੁਝ ਵੀ ਧਨ ਪ੍ਰਾਪਤ ਕਰਦੇ ਹਾਂ, ਉਹ ਧਨ ਕੀ ਆ? ਸਭ ਤੋਂ ਉੱਚਾ ਅਤੇ ਸੁੱਚਾ ਹੁੰਦਾ ਹੈ।
ਰੁੱਖੀ ਸੁੱਖੀ ਖਾ ਕੇ ਤੇ ਫਿਰ ਰੱਬ ਦਾ ਸ਼ੁਕਰ ਮਨਾਈਏ। ਇਨਸਾਨ ਤੇ ਚੰਗੇ ਦਿਨ ਵੀ ਆਉਂਦੇ ਹਨ, ਮਾੜੇ ਵੀ ਆਉਂਦੇ ਹਨ, ਪਰਮਾਤਮਾ ਪਰ ਜੋ ਵੀ ਸਾਨੂੰ ਦਿੰਦਾ ਹੈ ਉਹ ਸਾਡੇ ਭਲੇ ਲਈ ਹੁੰਦਾ ਹੈ। ਇਸ ਲਈ ਸਾਨੂੰ ਰੁੱਖੀ ਸੁੱਖੀ ਖਾ ਕੇ ਵੀ ਉਸ ਪਰਮਾਤਮਾ ਦਾ ਸ਼ੁਕਰ ਮਨਾਉਣਾ ਚਾਹੀਦਾ ਹੈ। ਆਪਣੀ ਬੋਲੀ, ਆਪਣਾ ਦੇਸ਼ ਤੇ ਆਪਣਾ ਸੱਭਿਆਚਾਰ, ਇਹਨੂੰ ਮਾਣ ਦਿਵਾਉਣ ਲਈ ਸੈਣੀ ਮਾਂ ਬੋਲੀ ਅਪਣਾਈਏ। ਬੱਚਿਓ, ਕਵੀ ਕਹਿੰਦਾ ਹੈ ਕਿ ਜੋ ਮਾਂ ਬੋਲੀ ਹੈ ਇਹ ਵੀ ਸਾਡੀ ਆਪਣੀ ਹੈ, ਆਪਣਾ ਹੀ ਦੇਸ਼ ਹੈ, ਆਪਣਾ ਹੀ ਪੰਜਾਬੀ ਸੱਭਿਆਚਾਰ ਹੈ। ਇੱਥੇ ਤੇ ਵਸਦੇ ਲੋਕ ਵੀ ਆਪਣੇ ਹੀ ਹਨ। ਇਹਨੂੰ ਮਾਣ ਦਿਵਾਉਣ ਲਈ ਸੈਣੀ ਮਾਂ ਬੋਲੀ ਅਪਣਾਈਏ। ਕਹਿੰਦੇ ਆਪਣੀ ਬੋਲੀ, ਆਪਣਾ ਦੇਸ਼ ਅਤੇ ਆਪਣੇ ਸੱਭਿਆਚਾਰ ਨੂੰ ਮਾਣ ਦਿਵਾਉਣ ਲਈ ਕੀ ਕਰਨੀ ਚਾਹੀਦੀ ਹੈ? ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਹੀ ਅਪਣਾਉਣੀ ਚਾਹੀਦੀ ਹੈ। ਪਿਆਰੇ ਵਿਦਿਆਰਥੀਓ, ਆਪਾਂ ਹੁਣ ਇਹ ਕਵਿਤਾ ਸੁਨੇਹਾ ਪੜ੍ਹੀ, ਇਸ ਦੇ ਸਰਲ ਅਰਥ ਵੀ ਕਰੇ। ਮੈਨੂੰ ਉਮੀਦ ਆ ਕਿ ਤੁਸੀਂ ਇਸ ਕਵਿਤਾ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸੁਣਿਆ ਹੋਵੇਗਾ ਤੇ ਬਹੁਤ ਸਿੱਖਿਆ ਵੀ ਪ੍ਰਾਪਤ ਕਰੀ ਹੋਏਗੀ। ਤੁਹਾਨੂੰ ਪਤਾ ਹੀ ਹੈ ਕਿ ਇਸ ਕਵਿਤਾ ਦੀ ਤੁਹਾਨੂੰ ਫਸਟ ਅਸਾਈਨਮੈਂਟ ਵੀ ਦਿੱਤੀ ਗਈ ਹੈ। ਹੁਣ ਉਸ ਅਸਾਈਨਮੈਂਟ ਦੇ ਵਿੱਚ ਜੋ ਵੀ ਬੁੱਕ ਵਰਕ, ਕੁਐਸਚਨ ਆਨਸਰ, MCQs, ਬਲੈਂਕਸ ਜੋ ਵੀ ਕੁਝ ਕਰਵਾਇਆ ਗਿਆ ਹੈ, ਹੁਣ ਆਪਾਂ ਉਹ ਰੀਡ ਕਰਾਂਗੇ। ਬੋਆ ਚੋਣ ਪ੍ਰਸ਼ਨ ਭਾਵ MCQs। ਫਸਟ ਹੈ, ਵਗਦੀਆਂ ਪੌਣਾ ਕੀ ਸੁਨੇਹਾ ਦੇ ਰਹੀਆਂ ਹਨ? ਠੰਡ ਵਧਣ ਦਾ, ਨਿਰੰਤਰ ਤੁਰਨ ਦਾ, ਮੀਂਹ ਆਉਣ ਦਾ, ਹਨੇਰੀ ਆਉਣ ਦਾ। ਕਾਹਦਾ ਸੁਨੇਹਾ ਦੇ ਰਹੀਆਂ ਨੇ? ਨਿਰੰਤਰ ਤੁਰਨ ਦਾ। ਸੈਕਿੰਡ ਹੈ, ਮੁਸੀਬਤਾਂ ਆਉਣ ਤੇ ਕੀ ਕਰਨਾ ਚਾਹੀਦਾ ਹੈ? ਹਿੰਮਤ ਰੱਖਣੀ ਚਾਹੀਦੀ ਹੈ, ਹਾਰ ਕੇ ਬਹਿ ਜਾਣਾ ਚਾਹੀਦਾ ਹੈ, ਉਦਾਸ ਹੋ ਜਾਣਾ ਚਾਹੀਦਾ ਹੈ, ਰੋ ਲੈਣਾ ਚਾਹੀਦਾ ਹੈ। ਮੁਸੀਬਤਾਂ ਆਉਣ ਤੇ ਕੀ ਕਰਨਾ ਚਾਹੀਦਾ ਹੈ? ਹਿੰਮਤ ਰੱਖਣੀ ਚਾਹੀਦੀ ਹੈ। ਥਰਡ ਹੈ, ਕਿਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ? ਉਦਮ ਦਾ, ਗਮਾਂ ਦਾ, ਆਲਸ ਦਾ, ਉਦਾਸੀ ਦਾ। ਕਿਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ? ਉਦਮ ਦਾ। ਨੈਕਸਟ ਹੈ, ਕਿਹੋ ਜਿਹਾ ਮਿੱਤਰ ਬਣਾਉਣਾ ਚਾਹੀਦਾ ਹੈ? ਔਖੇ ਵੇਲੇ ਦੌੜ ਜਾਣ ਵਾਲਾ, ਤਲਬ ਲਈ ਮਿੱਤਰਤਾ ਰੱਖਣ ਵਾਲਾ, ਔਖੇ ਵੇਲੇ ਸਾਥ ਛੱਡ ਜਾਣ ਵਾਲਾ, ਔਖੇ ਵੇਲੇ ਸਾਥ ਨਿਭਾਉਣ ਵਾਲਾ। ਕਿਹੋ ਜਿਹਾ ਮਿੱਤਰ ਬਣਾਉਣਾ ਚਾਹੀਦਾ ਹੈ ਸਾਨੂੰ? ਜੋ ਔਖੇ ਵੇਲੇ ਸਾਥ ਨਿਭਾਵੇ। ਨੈਕਸਟ ਹੈ, ਦੁੱਖ ਵਿੱਚ ਵੀ ਸਾਥ ਨਿਭਾਉਣ ਵਾਲੇ ਨੂੰ ਕੀ ਕਹਿੰਦੇ ਹਨ? ਖੁਦਗਰਜ਼, ਸਵਾਰਥੀ, ਸੱਚਾ ਦਰਦੀ, ਮਤਲਬੀ। ਕੀ ਕਹਿੰਦੇ ਆ? ਸੱਚਾ ਦਰਦੀ। ਨੈਕਸਟ ਹੈ, ਜ਼ਿੰਦਗੀ ਵਿੱਚ ਕੁਝ ਪਾਉਣ ਲਈ ਕਿਸ ਤਰ੍ਹਾਂ ਦੇ ਬੋਲ ਬੋਲਣੇ ਚਾਹੀਦੇ ਹਨ? ਕੌੜੇ ਬੋਲ, ਫਰਕ ਭਲੇ ਬੋਲ, ਮਿੱਠੇ ਬੋਲ, ਫਿੱਕੇ ਬੋਲ। ਕਿਸ ਤਰ੍ਹਾਂ ਦੇ ਬੋਲ ਬੋਲਣੇ ਚਾਹੀਦੇ ਹਨ? ਮਿੱਠੇ ਬੋਲ। ਕਿਹੋ ਜਿਹੀ ਕਿਰਤ ਕਮਾਈ ਸੱਚੀ ਸੁੱਚੀ ਹੁੰਦੀ ਹੈ? ਦਸਾਂ ਨੌਹਾਂ ਦੀ, ਬੇਈਮਾਨੀ ਦੀ, ਹੇਰਾ ਫੇਰੀ ਦੀ, ਰਿਸ਼ਵਤਖੋਰੀ ਦੀ। ਕਿਸ ਤਰ੍ਹਾਂ ਦੀ ਹੁੰਦੀ ਹੈ? ਦਸਾਂ ਨੌਹਾਂ ਦੀ। ਨੈਕਸਟ ਹੈ, ਆਪਣੇ ਦੇਸ਼, ਆਪਣੇ ਸੱਭਿਆਚਾਰ ਨੂੰ ਮਾਣ ਦਿਵਾਉਣ ਲਈ ਕੀ ਕਰਨਾ ਚਾਹੀਦਾ ਹੈ? ਅੰਗਰੇਜ਼ੀ ਸਿੱਖਣੀ ਚਾਹੀਦੀ ਹੈ, ਵਿਦੇਸ਼ੀ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ, ਮਾਂ ਬੋਲੀ ਅਪਣਾਉਣੀ ਚਾਹੀਦੀ ਹੈ, ਬਾਹਰਲਾ ਸੱਭਿਆਚਾਰ ਅਪਣਾਉਣਾ ਚਾਹੀਦਾ ਹੈ। ਬੱਚਿਓ, ਕੀ ਕਰਨਾ ਚਾਹੀਦਾ ਹੈ ਸਾਨੂੰ? ਆਪਣੀ ਮਾਂ ਬੋਲੀ ਅਪਣਾਉਣੀ ਚਾਹੀਦੀ ਹੈ। ਬੱਚਿਓ, ਅੱਗੇ ਹੈ ਵਾਕ। ਫਸਟ ਹੈ ਪੌਣਾ। ਵਗਦੀਆਂ ਪੌਣਾ ਨਿਰੰਤਰ ਤੁਰਨ ਦਾ ਸੁਨੇਹਾ ਦੇ ਰਹੀਆਂ ਹਨ, ਭਾਵ ਲਗਾਤਾਰ ਤੁਰਨ ਦਾ ਸੁਨੇਹਾ ਦੇ ਰਹੀਆਂ ਹਨ। ਸੁਨੇਹਾ ਫਿਰ ਉਹੀ ਰਿਪੀਟ ਹੋ ਜਾਣਾ। ਵਗਦੀਆਂ ਪੌਣਾ ਕਦੇ ਨਾ ਰੁਕਣ ਦਾ ਸੁਨੇਹਾ ਦਿੰਦੀਆਂ ਹਨ। ਮਤਲਬ ਕਿ ਜਿਹੜੀਆਂ ਵਗਦੀਆਂ ਪੌਣਾ ਨੇ ਉਹ ਕਦੇ ਵੀ ਨਾ ਰੁਕਣ ਦਾ ਸੁਨੇਹਾ ਦੇ ਰਹੀਆਂ ਹਨ। ਮੁਸੀਬਤਾਂ, ਔਖੀ ਘੜੀ ਸਾਨੂੰ ਕਦੇ ਵੀ ਮੁਸੀਬਤਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਉਦਮ ਕਰਨ ਨਾਲ ਸਫਲਤਾ ਜ਼ਰੂਰ ਪ੍ਰਾਪਤ ਹੁੰਦੀ ਹੈ। ਉਦਮ ਦਾ ਭਾਵ ਹੁੰਦਾ ਹੈ ਯਤਨ। ਕਹਿੰਦੇ ਯਤਨ ਅਤੇ ਕੋਸ਼ਿਸ਼ਾਂ ਕਰਨ ਨਾਲ ਸਫਲਤਾ ਕੀ ਹੈ? ਜ਼ਰੂਰ ਹੀ ਪ੍ਰਾਪਤ ਹੁੰਦੀ ਹੈ। ਨੈਕਸਟ ਹੈ ਪੱਲਾ ਨਾ ਛੱਡਣਾ। ਔਖੇ ਟਾਈਮ ਕਦੇ ਵੀ ਪਰਮਾਤਮਾ ਦਾ ਪੱਲਾ ਨਾ ਛੱਡੋ, ਭਾਵ ਪਰਮਾਤਮਾ ਦਾ ਨਾਮ ਹਮੇਸ਼ਾ ਸਾਨੂੰ ਜਪਦੇ ਰਹਿਣਾ ਚਾਹੀਦਾ ਹੈ, ਕਦੇ ਵੀ ਨਹੀਂ ਰੁਕਣਾ ਚਾਹੀਦਾ। ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨਾ, ਸਾਨੂੰ
ਸਭ ਨੂੰ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ। ਭਾਵ ਸੱਚੀ ਸੁੱਚੀ ਕਿਰਤ ਕਮਾਈ ਜੋ ਕੰਮ ਕਰਦੇ ਹਾਂ ਇਮਾਨਦਾਰੀ ਨਾਲ ਕਰਦੇ ਰਹਿਣਾ ਚਾਹੀਦਾ ਹੈ। ਰੁੱਖੀ ਸੁੱਖੀ, ਗਰੀਬ ਲੋਕ ਰੁੱਖੀ ਸੁੱਖੀ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਹਨ। ਭਾਵ ਉਹਨਾਂ ਨੂੰ 2 ਟਾਈਮ ਦੀ ਰੋਟੀ ਕਿਵੇਂ ਦੀ ਵੀ ਮਿਲੇ ਉਹ ਕਦੇ ਵੀ ਉਸ ਵਿੱਚ ਨਿਗੋਚ ਨਹੀਂ ਕੱਢਦੇ। ਉਹ ਅਚਾਰ ਜਾਂ ਨਮਕ ਲਗਾ ਕੇ ਵੀ ਰੁੱਖੀ ਸੁੱਖੀ ਰੋਟੀ ਖਾ ਲੈਂਦੇ ਹਨ। ਰੱਬ ਦਾ ਸ਼ੁਕਰ ਮਨਾਉਣਾ, ਨੇਕ ਇਨਸਾਨ ਨੇਕ ਕੰਮ ਕਰਦੇ ਰਹਿੰਦੇ ਹਨ ਅਤੇ ਪ੍ਰਮਾਤਮਾ ਦਾ ਸ਼ੁਕਰ ਮਨਾਉਂਦੇ ਹਨ। ਭਾਵ ਪ੍ਰਮਾਤਮਾ ਦਾ ਧੰਨਵਾਦ ਕਰਦੇ ਰਹਿੰਦੇ ਹਨ। ਸੱਭਿਆਚਾਰ, ਮੈਂ ਆਪਣੇ ਸੱਭਿਆਚਾਰ ਨਾਲ ਬਹੁਤ ਜੁੜੀ ਹੋਈ ਹਾਂ। ਭਾਵ ਮੈਨੂੰ ਆਪਣੇ ਪੰਜਾਬੀ ਸੱਭਿਆਚਾਰ ਨਾਲ ਬਹੁਤ ਜ਼ਿਆਦਾ ਲਗਾਵ ਹੈ। ਮਾਣ ਦਿਵਾਉਣਾ, ਇੱਕ ਚੰਗੀ ਔਲਾਦ ਹਮੇਸ਼ਾ ਚੰਗੇ ਕੰਮ ਕਰਕੇ ਆਪਣੇ ਮਾਪਿਆਂ ਨੂੰ ਮਾਣ ਦਿਵਾਉਂਦੇ ਹਨ। ਭਾਵ ਉਹਨਾਂ ਦਾ ਸਿਰ ਉੱਚਾ ਕਰਦੇ ਹਨ। ਬੱਚੇ ਅੱਗੇ ਹੈ ਖਾਲੀ ਥਾਵਾਂ। ਲੱਖਾਂ ਡੈਸ਼ ਆਵਣ ਭਾਵੇਂ ਲੱਖਾਂ ਰੋਕਾਂ ਤੇ ਅਟਕਾਂ, ਲੱਖਾਂ ਮੁਸੀਬਤਾਂ। ਇਸ ਦਾ ਡੈਸ਼ ਕਦੇ ਨਾ ਛੱਡੀਏ ਨਾ ਹੀ ਕਦੇ ਘਬਰਾਈਏ, ਇਸ ਦਾ ਸਾਥ ਇਸ ਦਾ ਪੱਲਾ। ਔਖੇ ਵੇਲੇ ਸਾਥ ਨਿਭਾਵੇ ਐਸਾ ਡੈਸ਼ ਬਣਾਈਏ, ਐਸਾ ਯਾਰ ਬਣਾਈਏ। ਜਿਸ ਦਾ ਡੈਸ਼ ਫੜੀਏ ਉਹਦੇ ਨਾਲ ਉਮਰਾਂ ਤੱਕ ਨਿਭਾਈਏ। ਉਮਰਾਂ ਤੱਕ ਕੀ ਨਿਭਾਈਏ? ਜਿਸ ਦਾ ਸਾਥ ਹੱਥ, ਜਿਸ ਦਾ ਹੱਥ ਫੜੀਏ ਉਹਦੇ ਨਾਲ ਉਮਰਾਂ ਤੱਕ ਨਿਭਾਈਏ। ਜੋ ਕੁਝ ਪਾਈਏ ਜ਼ਿੰਦਗੀ ਵਿੱਚ ਡੈਸ਼ ਨਾਲ ਹੀ ਪਾਈਏ, ਕਿਸ ਨਾਲ? ਮਿੱਠਤ ਨਾਲ। ਡੈਸ਼ ਖਾ ਕੇ ਤੇ ਫਿਰ ਰੱਬ ਦਾ ਸ਼ੁਕਰ ਮਨਾਈਏ, ਕੀ? ਰੁੱਖੀ ਸੁੱਖੀ ਖਾ ਕੇ। ਇਹਨੂੰ ਡੈਸ਼ ਦਿਵਾਉਣ ਲਈ ਆਓ ਮਾਂ ਬੋਲੀ ਅਪਣਾਈਏ, ਇਹਨੂੰ ਮਾਣ ਦਿਵਾਉਣ ਲਈ। ਬੱਚਿਓ ਅੱਗੇ ਹੈ ਸ਼ਾਰਟ ਕੁਐਸਚਨ ਆਂਸਰ। ਫਰਸਟ ਹੈ ਨਿਰੰਤਰ ਤੁਰਨ ਦਾ ਸੁਨੇਹਾ ਕੌਣ ਦੇ ਰਿਹਾ ਹੈ? ਵਗਦੀਆਂ ਪੌਣਾ ਨਿਰੰਤਰ ਤੁਰਨ ਦਾ ਸੁਨੇਹਾ ਦੇ ਰਹੀਆਂ ਹਨ। ਜਿਸ ਤਰ੍ਹਾਂ ਪੌਣਾ ਕਦੇ ਰੁਕਦੀਆਂ ਨਹੀਂ, ਹਮੇਸ਼ਾ ਲਗਾਤਾਰ ਹੀ ਵਗਦੀਆਂ ਰਹਿੰਦੀਆਂ ਹਨ, ਇਸ ਕਰਕੇ ਉਹ ਨਿਰੰਤਰ ਹੀ ਅੱਗੇ ਅੱਗੇ ਤੁਰਨ ਦਾ ਸੁਨੇਹਾ ਦੇ ਰਹੀਆਂ ਹਨ। ਸੈਕਿੰਡ ਹੈ ਮੰਜ਼ਿਲ ਦੀ ਪ੍ਰਾਪਤੀ ਕਿਸ ਤਰ੍ਹਾਂ ਹੋ ਸਕਦੀ ਹੈ? ਆਪਣੇ ਕਦਮ ਅੱਗੇ ਵਧਾਉਣ ਨਾਲ ਮੰਜ਼ਿਲ ਦੀ ਪ੍ਰਾਪਤੀ ਹੋ ਸਕਦੀ ਹੈ। ਭਾਵ ਜੋ ਅਸੀਂ ਪ੍ਰਾਪਤ ਕਰਨਾ ਹੈ, ਜੋ ਕੰਮ ਅਸੀਂ ਕਰਨਾ ਹੈ, ਸਾਨੂੰ ਉਸ ਲਈ ਯਤਨ ਤਾਂ ਕਰਨੇ ਹੀ ਪੈਣਗੇ। ਇਸ ਲਈ ਸਾਨੂੰ ਆਪਣੇ ਕਦਮ ਅੱਗੇ ਹੀ ਅੱਗੇ ਵਧਾਉਂਦੇ ਰਹਿਣਾ ਚਾਹੀਦਾ ਹੈ। ਨੈਕਸਟ ਹੈ ਔਕੜਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ? ਉਦਮ ਭਾਵ ਯਤਨ ਕਰਨ ਨਾਲ ਹੀ ਔਕੜਾਂ ਮੁਸ਼ਕਲਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸੱਚਾ ਦਰਦੀ ਕੌਣ ਹੁੰਦਾ ਹੈ? ਜੋ ਦੁੱਖ ਵਿੱਚ ਸਾਡੇ ਨਾਲ ਖੜੇ, ਉਹ ਹੀ ਸਾਡਾ ਸੱਚਾ ਦਰਦੀ ਭਾਵ ਦੁੱਖ ਵੰਡਾਉਣ ਵਾਲਾ ਸਾਡਾ ਸੱਚਾ ਦੋਸਤ ਹੁੰਦਾ ਹੈ। ਕਿਹੋ ਜਿਹਾ ਮਿੱਤਰ ਬਣਾਉਣਾ ਚਾਹੀਦਾ ਹੈ? ਔਖੇ ਵੇਲੇ ਜੋ ਸਾਡਾ ਸਾਥ ਨਿਭਾਵੇ ਉਹ ਇਨਸਾਨ ਹੀ ਸਾਨੂੰ ਆਪਣਾ ਮਿੱਤਰ ਬਣਾਉਣਾ ਚਾਹੀਦਾ ਹੈ। ਕਹਿੰਦੇ ਸਾਨੂੰ ਇਸ ਤਰ੍ਹਾਂ ਦਾ ਦੋਸਤ ਨਹੀਂ ਬਣਾਉਣਾ ਚਾਹੀਦਾ ਜੋ ਮੁਸ਼ਕਿਲ ਦੀ ਘੜੀ ਵਿੱਚ ਸਾਡਾ ਸਾਥ ਛੱਡ ਦੇਵੇ। ਸਾਨੂੰ ਇਹੋ ਜਿਹਾ ਦੋਸਤ ਬਣਾਉਣਾ ਚਾਹੀਦਾ ਹੈ ਜੋ ਸੁੱਖ ਵਿੱਚ, ਦੁੱਖ ਵਿੱਚ, ਹਰ ਤਕਲੀਫ ਵਿੱਚ ਸਾਡੇ ਨਾਲ ਰਹੇ ਤੇ ਸਾਡਾ ਸਾਥ ਨਿਭਾਵੇ। ਨੈਕਸਟ ਹੈ ਆਪਣੇ ਹੱਥੀਂ ਕੀ ਸਿਰਜਣਾ ਚਾਹੀਦਾ ਹੈ? ਆਪਣੇ ਹੱਥੀਂ ਸਾਨੂੰ ਸਾਂਝਾਂ, ਪ੍ਰੀਤਾਂ, ਖੁਸ਼ੀਆਂ, ਪਿਆਰ, ਮੁਹੱਬਤ ਸਿਰਜਣੀਆਂ ਚਾਹੀਦੀਆਂ ਹਨ। ਬੱਚੇ ਅੱਗੇ ਹੈ ਲੌਂਗ ਕੁਐਸਚਨ ਆਂਸਰ। ਫਰਸਟ ਹੈ ਮੰਜ਼ਿਲ ਸਾਹਮਣੇ ਕਿਸ ਤਰ੍ਹਾਂ ਦਿਖਾਈ ਦੇ ਸਕਦੀ ਹੈ? ਜਿਸ ਤਰ੍ਹਾਂ ਵਗਦੀਆਂ ਪੌਣਾ ਨਿਰੰਤਰ ਤੁਰਦੇ ਰਹਿਣ ਦਾ ਸੁਨੇਹਾ ਦਿੰਦੀਆਂ ਹਨ, ਇਸ ਤਰ੍ਹਾਂ ਹੀ ਆਪਣੀ ਮੰਜ਼ਿਲ ਨੂੰ ਪਾਉਣ ਲਈ ਸਾਨੂੰ ਆਪਣੇ ਕਦਮ ਅੱਗੇ ਹੀ ਅੱਗੇ ਵਧਾਉਂਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਸਾਨੂੰ ਆਪਣੀ ਮੰਜ਼ਿਲ ਸਾਹਮਣੇ ਖੜੀ ਦਿਖਾਈ ਦੇਵੇਗੀ। ਭਾਵ ਜਿਸ ਤਰ੍ਹਾਂ ਪੌਣਾ ਭਾਵ ਹਵਾਵਾਂ ਲਗਾਤਾਰ ਨਿਰੰਤਰ ਵਗਦੀਆਂ ਰਹਿੰਦੀਆਂ ਹਨ, ਅੱਗੇ ਹੀ ਅੱਗੇ ਚੱਲਦੀਆਂ ਹਨ, ਇਸ ਤਰ੍ਹਾਂ ਸਾਨੂੰ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਕਦੇ ਵੀ ਕਿਸੇ ਮੁਸ਼ਕਿਲ ਜਾਂ ਅੜਚਨ ਤੋਂ ਡਰ ਕੇ, ਘਬਰਾ ਕੇ ਰੁਕਣਾ ਨਹੀਂ ਚਾਹੀਦਾ। ਅੱਗੇ ਹੀ ਅੱਗੇ ਪੌਣਾ ਵਾਂਗ ਆਪਣੇ ਕਦਮ ਵਧਾਉਣੇ ਚਾਹੀਦੇ ਹਨ। ਸੈਕਿੰਡ ਕੁਐਸਚਨ ਹੈ ਮੁਸੀਬਤਾਂ, ਰੋਕਾਂ, ਅਟਕਾਂ ਦਾ ਸਾਹਮਣਾ ਕਿਵੇਂ ਕੀਤਾ ਜਾ ਸਕਦਾ ਹੈ?
ਆਨਸਰ ਹੈ ਮੁਸੀਬਤਾਂ, ਰੋਕਾਂ, ਅਟਕਾਂ ਦਾ ਸਾਹਮਣਾ ਸਾਨੂੰ ਬਿਨਾਂ ਰੁਕੇ ਕਰਨਾ ਚਾਹੀਦਾ ਹੈ। ਹਿੰਮਤ ਕਰਨ, ਉਦਮ ਭਾਵ ਯਤਨ ਕਰਨ ਨਾਲ ਹੀ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਨਾਲ ਹੀ ਸਾਨੂੰ ਥੱਕਣਾ ਨਹੀਂ ਚਾਹੀਦਾ ਅਤੇ ਨਾ ਹੀ ਰੁਕ ਕੇ ਕਿਤੇ ਬੈਠਣਾ ਚਾਹੀਦਾ ਹੈ। ਬਸ ਲਗਾਤਾਰ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਅੱਗੇ ਹੀ ਅੱਗੇ ਵੱਧਦਾ ਰਹਿਣਾ ਚਾਹੀਦਾ ਹੈ। ਨੈਕਸਟ ਕੁਐਸਚਨ ਹੈ, ਦੁੱਖ ਵਿੱਚ ਨਾਲ ਖੜਨ ਵਾਲਾ ਕੌਣ ਹੁੰਦਾ ਹੈ ਅਤੇ ਕਿਹੋ ਜਿਹਾ ਮਿੱਤਰ ਬਣਾਉਣਾ ਚਾਹੀਦਾ ਹੈ? ਆਨਸਰ ਹੈ ਦੁੱਖ ਵਿੱਚ ਨਾਲ ਖੜਨ ਵਾਲਾ ਸੱਚਾ ਮਿੱਤਰ ਹੁੰਦਾ ਹੈ। ਕਹਿੰਦੇ ਜੋ ਦੁੱਖ ਵਿੱਚ ਸਾਡੇ ਨਾਲ ਖੜੇ ਉਹ ਸਾਡਾ ਸੱਚਾ ਮਿੱਤਰ ਭਾਵ ਸਾਡਾ ਸੱਚਾ ਸਾਥੀ ਹੁੰਦਾ ਹੈ। ਇਹ ਸੱਚਾ ਮਿੱਤਰ ਹੀ ਔਖੇ ਟਾਈਮ ਵਿੱਚ ਸਾਡਾ ਸਾਥ ਦਿੰਦਾ ਹੈ। ਸਾਨੂੰ ਅਜਿਹਾ ਮਿੱਤਰ ਬਣਾਉਣਾ ਚਾਹੀਦਾ ਹੈ ਜੋ ਸਾਡੇ ਦੁੱਖਾਂ, ਤਕਲੀਫਾਂ, ਪਰੇਸ਼ਾਨੀਆਂ ਵਿੱਚ ਸਾਡਾ ਸੱਚਾ ਯਾਰ ਭਾਵ ਦੋਸਤ ਬਣ ਕੇ ਸਾਡੇ ਨਾਲ ਹੀ ਹਰ ਟਾਈਮ ਖੜਾ ਰਹੇ। ਨੈਕਸਟ ਹੈ, ਆਪਣੇ ਹੱਥੀਂ ਕੀ ਸਿਰਜਣਾ ਚਾਹੀਦਾ ਹੈ ਅਤੇ ਕਿਸ ਨਾਲ ਉਮਰਾਂ ਤੱਕ ਕਿਸ ਨਾਲ ਸਾਥ ਨਿਭਾਉਣਾ ਚਾਹੀਦਾ ਹੈ? ਆਨਸਰ ਹੈ ਸਾਨੂੰ ਸਭ ਨੂੰ ਆਪਣੇ ਹੱਥੀਂ ਪਿਆਰ, ਸਾਂਝਾਂ, ਪ੍ਰੀਤਾਂ, ਖੁਸ਼ੀਆਂ ਸਿਰਜਣੀਆਂ ਚਾਹੀਦੀਆਂ ਹਨ ਭਾਵ ਆਪਸ ਦੇ ਵਿੱਚ ਆਪਣੇ ਭਾਈਚਾਰੇ ਵਿੱਚ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਹਨ। ਪ੍ਰੇਮ ਵਿਸ਼ਵਾਸ ਨਾਲ ਜਿਸ ਦਾ ਹੱਥ ਇੱਕ ਵਾਰ ਫੜ ਲਈਏ ਫਿਰ ਉਸ ਦਾ ਸਾਥ ਉਮਰਾਂ ਤੱਕ ਨਿਭਾਉਣਾ ਚਾਹੀਦਾ ਹੈ। ਜੋ ਅਸੀਂ ਸੱਚਾ ਦੋਸਤ ਬਹੁਤ ਹੀ ਵਿਸ਼ਵਾਸ ਕਰਕੇ ਬਣਾਇਆ ਹੋਵੇ ਉਸ ਦਾ ਸਾਥ ਸਾਨੂੰ ਹਮੇਸ਼ਾ ਦੇਣਾ ਚਾਹੀਦਾ ਹੈ। ਕਦੇ ਵੀ ਮੁਸ਼ਕਲਾਂ ਤੋਂ ਘਬਰਾ ਕੇ ਉਸ ਦਾ ਸਾਥ ਸਾਨੂੰ ਕਦੇ ਵੀ ਨਹੀਂ ਛੱਡਣਾ ਚਾਹੀਦਾ। ਬੱਚੇ 5th ਕੁਐਸਚਨ ਹੈ, ਮਿੱਠੇ ਬੋਲ ਬੋਲਣ ਤੋਂ ਕੀ ਲਾਭ ਪ੍ਰਾਪਤ ਹੁੰਦਾ ਹੈ? ਮਿੱਠੇ ਬੋਲ ਬੋਲਣ ਤੋਂ ਭਾਵ ਹੈ ਕਿ ਸਾਨੂੰ ਸਭ ਨਾਲ ਪਿਆਰ ਅਤੇ ਨਿਮਰਤਾ ਨਾਲ ਬੋਲਣਾ ਚਾਹੀਦਾ ਹੈ, ਮਿਲ ਕੇ ਰਹਿਣਾ ਚਾਹੀਦਾ ਹੈ। ਮਿੱਠੇ ਬੋਲਾਂ ਨਾਲ ਹੀ ਸਭ ਨੂੰ ਇਹ ਸੁਨੇਹਾ ਦੇਣਾ ਚਾਹੀਦਾ ਹੈ ਕਿ ਜੋ ਕੁਝ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਪ੍ਰਾਪਤ ਕਰਨਾ ਹੈ ਉਹ ਮਿੱਠੀ ਬੋਲੀ ਦੇ ਨਾਲ ਮਿੱਠੇ ਬੋਲ ਬੋਲ ਕੇ ਦੂਜਿਆਂ ਦਾ ਮਨ ਜਿੱਤ ਕੇ ਹੀ ਪ੍ਰਾਪਤ ਕਰਾਂਗੇ। ਕਿਸੇ ਨੂੰ ਦੁੱਖ ਦਰਦ ਤਕਲੀਫ ਦੇ ਕੇ ਕੀਤੀ ਗਈ ਪ੍ਰਾਪਤੀ ਕਦੇ ਵੀ ਸਾਡੇ ਮਨ ਨੂੰ ਅਸਲੀ ਖੁਸ਼ੀ ਨਹੀਂ ਦੇ ਸਕਦੀ। ਨੈਕਸਟ ਕੁਐਸਚਨ ਹੈ, ਸੱਚੇ ਸੁੱਚੀ ਕਿਰਤ ਕਮਾਈ ਕੀ ਹੁੰਦੀ ਹੈ ਅਤੇ ਰੱਬ ਦਾ ਸ਼ੁਕਰ ਕਿੰਜ ਮਨਾਉਣਾ ਚਾਹੀਦਾ ਹੈ? 10 ਨੌਹਾਂ ਦੀ ਕਿਰਤ ਕਮਾਈ ਹੀ ਸੱਚੀ ਸੁੱਚੀ ਕਿਰਤ ਕਮਾਈ ਹੁੰਦੀ ਹੈ ਅਤੇ ਸਾਨੂੰ ਰੁੱਖੀ ਮਿੱਸੀ ਖਾ ਕੇ ਵੀ ਉਸ ਪਰਮਾਤਮਾ ਦਾ ਸ਼ੁਕਰ ਮਨਾਉਣਾ ਚਾਹੀਦਾ ਹੈ। ਬੱਚੇ ਸੱਚੀ ਕਿਰਤ ਕਮਾਈ ਤੋਂ ਭਾਵ ਹੁੰਦਾ ਹੈ ਕਿ ਬਿਨਾਂ ਬੇਈਮਾਨੀ, ਬਿਨਾਂ ਰਿਸ਼ਵਤ ਤੋਂ, ਬਿਨਾਂ ਕਿਸੇ ਗਲਤ ਕੀਤੇ ਗਏ ਕੰਮ ਤੋਂ ਪ੍ਰਾਪਤ ਕੀਤਾ ਧਨ ਸੱਚੀ ਕਿਰਤ ਕਮਾਈ ਹੁੰਦੀ ਹੈ। ਇਹ ਕਮਾਈ ਭਾਵੇਂ ਥੋੜੀ ਹੀ ਹੋਵੇ ਇਹ ਗਰੀਬ ਜਾਂ ਅਮੀਰ ਨੂੰ ਖੁਸ਼ੀ ਪ੍ਰਦਾਨ ਕਰਦੀ ਹੈ। ਇਸ ਨੂੰ ਅਸੀਂ ਸੱਚੀ ਕਿਰਤ ਕਮਾਈ ਕਹਿੰਦੇ ਹਾਂ। ਆਪਣੀ ਮਾਂ ਬੋਲੀ ਅਪਣਾਉਣੀ ਕਿਉਂ ਜ਼ਰੂਰੀ ਹੈ? ਸਾਡੀ ਮਾਂ ਬੋਲੀ ਹੀ ਸਾਡੀ ਆਪਣੀ ਬੋਲੀ ਹੈ ਤੇ ਸਾਡਾ ਸੱਭਿਆਚਾਰ ਹੈ ਤੇ ਇਸ ਦਾ ਮਾਣ ਵਧਾਉਣ ਲਈ ਸਾਨੂੰ ਮਾਂ ਬੋਲੀ ਪੰਜਾਬੀ ਹੀ ਅਪਣਾਉਣੀ ਚਾਹੀਦੀ ਹੈ। ਤੁਸੀਂ ਦੇਖਦੇ ਹੋ ਕਿ ਪੰਜਾਬੀ ਜੋ ਆਪਣੀ ਮਾਂ ਬੋਲੀ ਹੈ ਇਸ ਦੀ ਚਰਚਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਹੁੰਦੀ ਹੈ। ਇਸ ਦਾ ਸੱਭਿਆਚਾਰ, ਪਹਿਰਾਵਾ, ਰਸਮ ਰਿਵਾਜ, ਨਾਤੇ ਜੋ ਪੰਜਾਬੀਆਂ ਦੇ ਜੀਵਨ ਦਾ ਇੱਕ ਢੁਕਵਾਂ ਨਿੱਘੜਵਾਂ ਰੂਪ ਹੁੰਦੇ ਹਨ। ਇਹ ਮਾਂ ਬੋਲੀ ਪੰਜਾਬੀ ਸਾਡੀ ਆਪਣੀ ਬੋਲੀ ਹੁੰਦੀ ਹੈ। ਇਹ ਮਾਂ ਬੋਲੀ ਪੰਜਾਬੀ ਸਾਨੂੰ ਜਨਮ ਤੋਂ ਹੀ ਪ੍ਰਾਪਤ ਹੋ ਜਾਂਦੀ ਹੈ। ਸਾਨੂੰ ਇਸ ਬੋਲੀ ਨੂੰ ਪੂਰਾ ਸਤਿਕਾਰ ਅਤੇ ਮਾਣ ਦੇਣਾ ਚਾਹੀਦਾ ਹੈ। ਬੱਚੇ ਤੁਸੀਂ ਹੁਣ ਇਹ ਲੈਸਨ ਨੂੰ ਚੰਗੀ ਤਰ੍ਹਾਂ ਪੜ੍ਹਿਆ, ਸਮਝਿਆ, ਇਸ ਦੇ ਕੁਐਸਚਨ ਆਨਸਰ ਵੀ ਤੁਹਾਨੂੰ ਕਰਵਾਏ ਗਏ। ਤੁਸੀਂ ਹੁਣ ਘਰ ਬੈਠ ਕੇ ਇਹਨਾਂ ਦੀ ਪੂਰੀ ਮਨ ਨਾਲ ਤਿਆਰੀ ਕਰਨੀ ਹੈ। Thanks. Have a nice day.